हाँ जी डियर स्टूडेंट्स, अज आपां अमृता प्रीतम की दूसरी कविता जिसका सिरलेख है तमगे, इस बारे विचार चर्चा तो इसकी विस्तार विच व्याख्या करांगे। तो तमगे कविता जो है इस विच अमृता प्रीतम ने असल च ਜਿਹੜੇ ਸਾਡੇ ਭਾਰਤ ਪਾਕ ਸਰਹੱਦ 'ਤੇ ਜਾਂ ਭਾਰਤ ਪਾਕਿਸਤਾਨ ਸਰਹੱਦ 'ਤੇ ਦੋਵੇਂ ਧਿਰਾਂ ਦੇ ਫੌਜੀ ਆਪਸ ਵਿੱਚ ਲੜਦੇ ਨੇ, ਉਸ ਲੜਾਈ ਨੂੰ ਆਪਣੇ ਵਿਅੰਗ ਦਾ ਨਿਸ਼ਾਨਾ ਬਣਾਇਆ ਜਾਂ ਵਿਅੰਗ ਨਾਲ ਉਸ ਲੜਾਈ ਨੂੰ ਪੇਸ਼ ਕੀਤਾ। ਤਾਂ ਇਸ ਕਵਿਤਾ ਦੇ ਬੋਲ ਨੇ, ਬਹਾਦਰ ਲੋਕ ਮੇਰੇ ਦੇਸ਼ ਦੇ, ਬਹਾਦਰ ਲੋਕ ਤੇਰੇ ਦੇਸ਼ ਦੇ, ਇਹ ਸਾਰੇ ਮਰਨ ਮਾਰਨ ਜਾਣਦੇ, ਸਿਰਾਂ ਨੂੰ ਵਾਰਨ ਜਾਣਦੇ, ਸਿਰਫ ਇਹ ਗੱਲ ਵੱਖਰੀ ਹੈ ਕਿ ਸਿਰ ਕਦੇ ਆਪਣਾ ਨਹੀਂ ਹੁੰਦਾ। ਤਾਂ ਇੱਥੇ ਕਵਿਤਰੀ ਨੇ ਇਹ ਕਿਹਾ ਕਿ ਮੇਰੇ ਦੇਸ਼ ਦੇ ਲੋਕ ਵੀ ਬੜੇ ਬਹਾਦਰ ਨੇ, ਜੋ ਲੜਨ ਮਰਨ ਲਈ ਤਿਆਰ ਨੇ। ਤੇਰੇ ਦੇਸ਼ ਦੇ ਮਤਲਬ ਕਿਸੇ ਪਾਕਿਸਤਾਨੀ ਸ਼ਹਿਰੀ ਨੂੰ ਜਾਂ ਪਾਕਿਸਤਾਨੀ ਨਾਗਰਿਕ ਨੂੰ ਸੰਬੋਧਨ ਕੀਤਾ ਗਿਆ ਕਿ ਤੇਰੇ ਦੇਸ਼ ਦੇ ਲੋਕ ਵੀ ਜਿਹੜੇ ਹੈਗੇ ਆ ਉਨੇ ਹੀ ਬਹਾਦਰ ਨੇ। ਇਹ ਸਾਰੇ ਆਪਣੀ ਜਾਨ ਕੁਰਬਾਨ ਕਰਨ ਵੀ ਜਾਣਦੇ ਆ ਅਤੇ ਦੂਸਰੇ ਦੀ ਜਾਨ ਲੈਣਾ ਵੀ ਜਾਣਦੇ ਆ, ਸਿਰਾਂ ਨੂੰ ਵਾਰਨਾ ਵੀ ਜਾਣਦੇ ਆ। ਪਰ ਇਹ ਵੱਖਰੀ ਗੱਲ ਆ ਕਿ ਇਹ ਸਿਰ ਕਦੇ ਆਪਣਾ ਨਹੀਂ ਹੁੰਦਾ। ਮਤਲਬ ਇੱਥੇ ਸਿਰ ਤੋਂ ਭਾਵ ਦਿਮਾਗ, ਉਹਨਾਂ ਦਾ ਦਿਮਾਗ ਜਾਂ ਉਹਨਾਂ ਦਾ ਡਿਸੀਜਨ ਜਾਂ ਲੜਾਈ ਦਾ ਫੈਸਲਾ ਉਹਨਾਂ ਦਾ ਆਪਣਾ ਨਹੀਂ ਹੁੰਦਾ। ਉਹਨਾਂ ਨੂੰ ਤਾਂ ਉੱਪਰੋਂ ਇਸ਼ਾਰਾ ਕੀਤਾ ਜਾਂਦਾ ਜਾਂ ਉੱਪਰੋਂ ਆਰਡਰ ਆਉਂਦਾ ਕਿ ਚਲੋ ਜੀ ਲੜਾਈ ਲੜੋ, ਤਾਂ ਉਹ ਲੜਾਈ ਲੜਨੀ ਸ਼ੁਰੂ ਕਰ ਦਿੰਦੇ ਆ। ਅਤੇ ਇੱਥੇ ਭਾਵ ਇਹ ਹੈ ਕਿ ਸਿਰ ਕਦੇ ਆਪਣਾ ਨਹੀਂ ਹੁੰਦਾ, ਤੋਂ ਮਤਲਬ ਕਿ ਲੜਾਈ ਦਾ ਫੈਸਲਾ ਉਹਨਾਂ ਦਾ ਆਪਣਾ ਨਹੀਂ ਹੁੰਦਾ। ਇਨਸਾਨ ਦੀ ਇੱਕ ਲਾਸ਼ ਹੁੰਦੀ ਹੈ ਪਰ ਖੁਦਾ ਦੀ ਲਾਸ਼ ਨਹੀਂ ਹੁੰਦੀ, ਅਤੇ ਜਦੋਂ ਵੀ ਇਨਸਾਨ ਵਿਚਾਲੇ ਰੱਬ ਦਾ ਟੁਕੜਾ ਮਰੇ ਉਸ ਦੀ ਕਦੇ ਬਦਬੂ ਨਹੀਂ ਆਉਂਦੀ। ਅਤੇ ਇੱਥੇ ਉਹਨੇ ਦੱਸਿਆ ਕਿ ਜਦੋਂ ਕੋਈ ਵੀ ਇਨਸਾਨ ਮਰਦਾ ਤਾਂ ਉਹਦੀ ਇੱਕ ਲਾਸ਼ ਸਾਹਮਣੇ ਡਿੱਗਦੀ ਆ ਜਾਂ ਸਾਨੂੰ ਨਜ਼ਰ ਆਉਂਦੀ ਹੈ। ਪਰ ਦੁਖਾਂਤ ਦੀ ਗੱਲ ਇਹ ਆ ਕਿ ਜਦੋਂ ਕਿਸੇ ਇਨਸਾਨ ਦੇ ਅੰਦਰੋਂ ਇਨਸਾਨੀਅਤ ਮਰਦੀ ਆ ਜਾਂ ਪਰਮਾਤਮਾ ਦਾ ਰੂਪ ਮਰਦਾ, ਚੰਗਿਆਈ ਮਰਦੀ ਆ, ਦਇਆ ਮਰਦੀ ਆ, ਖਿਮਾ ਮਰਦੀ ਆ, ਤਾਂ ਉਸ ਦਾ ਪਤਾ ਨਹੀਂ ਲੱਗਦਾ। ਤਦੇ ਉਹਨੇ ਕਿਹਾ ਕਿ ਪਰ ਖੁਦਾ ਦੀ ਲਾਸ਼ ਨਹੀਂ ਹੁੰਦੀ। ਤਾਂ ਕਹਿੰਦੇ ਜਦੋਂ ਕਿਸੇ ਇਨਸਾਨ ਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ ਉਸ ਦੀ ਕਦੇ ਬਦਬੂ ਵੀ ਨਹੀਂ ਆਉਂਦੀ, ਪਤਾ ਹੀ ਨਹੀਂ ਲੱਗਦਾ। ਤਾਂ ਉਹਦੇ ਕਹਿਣ ਦਾ ਭਾਵ ਇਹੀ ਆ ਕਿ ਜਦੋਂ ਇਨਸਾਨਾਂ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ ਤਾਂ ਉਹੀ ਬਿਨਾਂ ਕਾਰਨੋਂ ਜੰਗ ਦੇ, ਲੜਾਈਆਂ ਦੇ ਫੈਸਲੇ ਲੈਂਦੇ ਆ। ਅਗਲਾ ਪੈਰਾ ਹੈ, ਮਹਿਬੂਬ ਕਿਸੇ ਦਾ ਕੋਈ ਨਹੀਂ, ਬਿਲਕੁਲ ਰਕੀਬ ਦਾ ਖਤਰਾ ਨਹੀਂ। ਰਕੀਬ ਕਹਿੰਦੇ ਆ ਉਰਦੂ ਫਾਰਸੀ ਦੇ ਵਿੱਚ ਦੁਸ਼ਮਣ ਨੂੰ। ਅਤੇ ਨਾ ਹੀ ਖਤਰਾ ਕਿਸੇ ਦਰਦ ਦਾ, ਸਿਰਫ ਜਿਹੜੀ ਲੀਕ ਵੱਡੀ ਹੈ ਉਹ ਇਹਦਾ ਅਪਮਾਨ ਕਰਦੀ ਹੈ। ਇਹ ਲੀਕ ਮੇਟ ਦੇ ਕਿ ਲੀਕ ਜੋ ਸਰਬੱਤ ਦੇ ਮੇਚੇ ਨਹੀਂ ਆਉਂਦੀ। ਤਾਂ ਉਹਨੇ ਕਿਹਾ ਕਿ ਇੱਥੇ ਜਿਹੜੀ ਲੜਾਈ ਆ, ਆਮ ਤੌਰ 'ਤੇ ਪੰਜਾਬੀ ਦੇ ਵਿੱਚ ਕਹਾਵਤ ਆ ਕਿ ਲੜਾਈ ਦੇ 3 ਕਾਰਨ ਹੁੰਦੇ ਨੇ, ਜਰ ਜ਼ੋਰੂ ਅਤੇ ਜ਼ਮੀਨ। ਤਾਂ ਇੱਥੇ ਉਹਨਾਂ ਦਾ ਨਿੱਜੀ ਕਾਰਨ ਕੋਈ ਵੀ ਨਹੀਂ ਗਾ ਲੜਾਈ ਦਾ। ਮਹਿਬੂਬ ਕਿਸੇ ਦਾ ਕੋਈ ਨਹੀਂ, ਬਿਲਕੁਲ ਰਕੀਬ ਦਾ ਖਤਰਾ ਨਹੀਂ। ਤਾਂ ਉਹ ਕਹਿੰਦੇ ਨਾ ਤਾਂ ਇਹ ਲੜਾਈ ਜਿਹੜੀ ਹੋ ਰਹੀ ਆ ਆਪਣੇ ਕਿਸੇ ਮਹਿਬੂਬ ਵਾਸਤੇ, ਆਪਣੇ ਕਿਸੇ ਪਿਆਰੇ ਵਾਸਤੇ ਹੋ ਰਹੀ ਆ, ਅਤੇ ਨਾ ਹੀ ਉਹਨਾਂ ਨੂੰ ਐਂ ਲੱਗਦਾ ਵੀ ਜੇ ਅਸੀਂ ਨਾ ਲੜਾਂਗੇ ਤਾਂ ਭਵਿੱਖ 'ਚ ਕੋਈ ਖਤਰਾ ਹੋ ਸਕਦਾ। ਕੋਈ ਐਸਾ ਵੀ ਖਤਰਾ ਨਹੀਂ ਗਾ ਵੀ ਕੋਈ ਦੁਸ਼ਮਣ ਪੈਦਾ ਹੋ ਜਾਣਗੇ। ਅਤੇ ਨਾ ਹੀ ਕਿਸੇ ਦਰਦ ਦਾ ਖਤਰਾ ਵੀ ਕਿਸੇ ਆਪਣੇ ਦਰਦ ਨੂੰ ਦੂਰ ਕਰਨ ਵਾਸਤੇ ਉਹ ਲੜਦੇ ਨੇ, ਜਾਂ ਕਿਸੇ ਗੱਲੋਂ ਦੁਖੀ ਨੇ ਵੀ ਉਹ ਦੁੱਖ ਨੂੰ ਦੂਰ ਕਰਦੇ ਨੇ ਕਿ ਜੇ ਅਸੀਂ ਲੜਾਂਗੇ, ਲੜਾਈ ਕਰਾਂਗੇ ਤਾਂ ਸਾਡੇ ਦੁੱਖ ਦੂਰ ਹੋ ਜਾਣਗੇ। ਐਸੀ ਵੀ ਕੋਈ ਗੱਲ ਨਹੀਂ ਹੈ।
ਤਾਂ ਫਿਰ ਉਹ ਕਹਿੰਦੇ ਵੀ ਅਸਲ 'ਚ ਇਹਨਾਂ ਦੋਹਾਂ ਦੇ ਵਿਚਕਾਰ ਨਾ ਇੱਕ ਵੱਡੀ ਲੀਕ ਖਿੱਚੀ ਹੋਈ ਆ, ਜਿਹੜੀ ਇਹਨਾਂ ਨੂੰ ਲੜਨ ਲਈ ਪ੍ਰੇਰਿਤ ਕਰਦੀ ਆ, ਜਾਂ ਜਿਸ ਲੀਕ ਨੂੰ ਆਧਾਰ ਬਣਾ ਕੇ ਇਹਨਾਂ ਨੂੰ ਆਰਡਰ ਕੀਤਾ ਜਾਂਦਾ ਕਿ ਇਹ ਲੜਾਈ ਕਰਨ। ਤਾਂ ਲੀਕ ਕਿਹੜੀ ਆ? ਉਹ ਲੀਕ ਭਾਵੇਂ ਇੱਥੇ ਕਵਿੱਤਰੀ ਨੇ ਸਿੱਧੇ ਤੌਰ 'ਤੇ ਨਹੀਂ ਕਿਹਾ, ਪਰ ਸਾਇਲੈਂਟਲੀ ਜਾਂ ਖਾਮੋਸ਼ ਤੌਰ 'ਤੇ ਉਹਦਾ ਇਸ਼ਾਰਾ ਧਰਮਾਂ ਦੀ ਲੀਕ ਵੱਲ ਆ, ਕਿ ਵੱਖਰੇ ਵੱਖਰੇ ਧਰਮ ਹੋਣ ਕਰਕੇ ਉਹ ਜਿਹੜੀ ਲੀਕ ਆ ਵੱਖਰੇ ਵੱਖਰੇ ਧਰਮਾਂ ਦੀ ਇਹਨਾਂ ਵਿਚਕਾਰ ਖਿੱਚੀ ਹੋਈ, ਉਹੀ ਇਹਨਾਂ ਨੂੰ ਲੜਨ ਵਾਸਤੇ ਮਜਬੂਰ ਕਰਦੀ ਹੈ। ਉਹ ਇਹਦਾ ਅਪਮਾਨ ਕਰਦੀ ਹੈ ਇਹ ਲੀਕ ਮੇਟ ਦੇ, ਕਿ ਲੀਕ ਜੋ ਸਰਬੱਤ ਦੇ ਮੇਚੇ ਨਹੀਂ ਆਉਂਦੀ। ਤਾਂ ਉਹੀ ਲੀਕ ਆ ਜਿਹੜੀ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦੀ ਆ, ਇਨਸਾਨੀਅਤ ਦਾ ਅਪਮਾਨ ਕਰਦੀ ਆ। ਤਾਂ ਕਹਿੰਦੇ ਕਿ ਸਾਨੂੰ ਇਹ ਲੀਕ ਮੇਟ ਦੇਣੀ ਚਾਹੀਦੀ ਆ, ਜਿਹੜੀ ਕਿ ਸਰਬੱਤ ਦੇ ਮੇਚੇ ਨਹੀਂ ਆਉਂਦੀ। ਤਾਂ ਇੱਥੇ ਜਿਸ ਤਰ੍ਹਾਂ ਸਾਡਾ ਰਾਸ਼ਟਰੀ ਗਾਨ ਆ, ਉਹਦੇ ਵਿੱਚ ਵੀ ਆਉਂਦਾ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ। ਤਾਂ ਕੋਈ ਵੀ ਧਰਮ, ਕੋਈ ਵੀ ਪੈਗੰਬਰ, ਕੋਈ ਵੀ ਰਿਸ਼ੀ ਮੁਨੀ ਜਾਂ ਗੁਰੂ, ਪੀਰ ਫਕੀਰ ਕਦੇ ਵੀ ਕਿਸੇ ਇਨਸਾਨ ਨੂੰ ਮਾਰਨ ਦੀ ਸਿੱਖਿਆ ਨਹੀਂ ਦਿੰਦਾ, ਕਿਸੇ 'ਤੇ ਜ਼ੁਲਮ ਕਰਨ ਦੀ ਸਿੱਖਿਆ ਨਹੀਂ ਦਿੰਦਾ। ਇਸ ਕਰਕੇ ਉਹਨਾਂ ਨੇ, ਕਵਿੱਤਰੀ ਨੇ ਇਹ ਕਿਹਾ ਕਿ ਉਹ ਲੀਕ ਜਿਹੜੀ ਵਿਚਕਾਰ ਖਿੱਚੀ ਗਈ ਹੋਈ ਆ, ਫਿਰਕਾ ਪ੍ਰਸਤੀ ਦੀ ਲੀਕ, ਇਹ ਸਾਰੀ ਦੁਨੀਆ ਦੇ ਮੇਚ ਨਹੀਂ ਆਉਂਦੀ। ਕੁਛ ਲੋਕ ਇਹਨੂੰ ਆਪਣੇ ਹਿੱਤ ਵਾਸਤੇ ਵਰਤਦੇ ਆ, ਸਾਰੀ ਦੁਨੀਆ ਦੀ ਬਿਹਤਰੀ ਵਾਸਤੇ ਇਹ ਚੀਜ਼ ਨਹੀਂ ਬਣੀ ਹੋਈ। ਜੋ ਸਾਰੀ, ਅਗਲਾ ਪੈਰਾ ਹੈ, ਜੋ ਸਾਰੀ ਜਿੱਤ ਵੀ ਨਿਰਵਿਘਨ ਹੈ ਤੇ ਸਾਰਾ ਜਸ਼ਨ ਵੀ ਨਿਰਵਿਘਨ ਹੈ, ਵਕਤ ਮੁਸਕਰਾ ਰਿਹਾ ਹੈ ਤੇ ਇਹਨਾਂ ਦੀ ਛਾਤੀ 'ਤੇ ਲਾ ਰਿਹਾ ਹੈ ਨਿਪੁੰਸਕ ਬਹਾਦਰੀ ਦੇ ਤਮਗੇ। ਤਾਂ ਉਹਨੇ ਕਿਹਾ ਕਿ ਚਲੋ ਇੱਕ ਧਿਰ ਵਨ ਸਾਈਡਡ ਜਿੱਤ ਵੀ ਜਾਂਦੀ ਆ, ਆਪਾਂ ਮੰਨ ਲਈਏ ਵੀ ਕਹਿ ਕੇ ਤਕੜੀ ਆ, ਉਹ ਧਿਰ ਪੂਰੀ ਤਰ੍ਹਾਂ ਮਤਲਬ ਇਸ ਦੇ ਆਪਣੇ ਜ਼ੋਰ 'ਤੇ, ਆਪਣੇ ਹਥਿਆਰਾਂ 'ਤੇ ਦੂਸਰੀ ਧਿਰ ਨੂੰ ਬੁਰੀ ਤਰ੍ਹਾਂ ਹਰਾ ਵੀ ਦਿੰਦੀ ਹੈ। ਅਤੇ ਉਸ ਤੋਂ ਬਾਅਦ ਫਿਰ ਕੀ ਹੁੰਦਾ? ਹਰਾਉਣ ਤੋਂ ਬਾਅਦ ਉਹ ਆਪਣੀ ਜਿੱਤ ਦਾ ਜਸ਼ਨ ਮਨਾਉਂਦੇ ਆ, ਖੁਸ਼ੀਆਂ ਮਨਾਈਆਂ ਜਾਂਦੀਆਂ ਸੀਗੀਆਂ, ਉਹਨਾਂ ਨੂੰ ਹਰਾਤਾ। ਪਰ ਉਹਨਾਂ ਨੂੰ ਨਾਲ ਦੀ ਨਾਲ ਖੁਸ਼ੀਆਂ ਮਨਾਉਂਦੇ ਆ ਅਤੇ ਫਿਰ ਉਹਨਾਂ ਨੂੰ ਮੈਡਲ ਵੀ ਦਿੱਤੇ ਜਾਂਦੇ ਆ ਵੀ ਲਓ ਜੀ ਇਹਨਾਂ ਨੇ ਫਲਾਨੀ ਧਿਰ ਨੂੰ ਹਰਾਤਾ। ਤਾਂ ਇਹ ਸਾਰਾ ਕੁਛ ਦੇਖ ਕੇ ਜਿਹੜਾ ਟਾਈਮ ਆ ਉਹ ਮੁਸਕਰਾ ਰਿਹਾ, ਕਿ ਉਹ ਕਹਿੰਦੇ ਉਸ ਬਹਾਦਰੀ ਦੇ ਤਮਗੇ ਲੈ ਰਹੇ ਆ ਜਿਹੜੀ ਬਹਾਦਰੀ ਕਿਸੇ ਕੰਮ ਦੀ ਨਹੀਂ। ਇਹਨਾਂ ਨੇ ਕੋਈ ਇਨਸਾਨੀਅਤ ਦੀ ਰਾਖੀ ਨਹੀਂ ਕੀਤੀ, ਜਾਂ ਇਹਨਾਂ ਨੇ ਕੋਈ ਮਨੁੱਖਤਾ ਨੂੰ ਵੱਡੀ ਦੇਣ ਨਹੀਂ ਦਿੱਤੀ। ਬਸ ਉੱਪਰੋਂ ਆਰਡਰ ਆਇਆ, ਬਿਨਾਂ ਕਿਸੇ ਕਾਰਨ ਤੋਂ ਲੜਨ ਲੱਗ ਪਏ ਅਤੇ ਇੱਕ ਦੂਸਰੇ ਦੇ ਵੈਰੀ ਬਣ ਗਏ। ਨਾ ਉਹਦੇ ਵਿੱਚ ਇਹ ਆ ਵੀ ਕਿਸੇ ਦੇ ਕੋਈ ਦੋਸਤ ਦਾ ਕਿਸੇ ਨੇ ਨੁਕਸਾਨ ਕੀਤਾ, ਉਹ ਤਾਂ ਲੜ ਰਹੇ ਆ। ਤਾਂ ਇਸ ਕਰਕੇ ਇਸ ਤਰ੍ਹਾਂ ਉਹ ਬੇਕਾਰਨ ਲੜਦੇ ਆ, ਜਿਹੜੀ ਕਿ ਉਹਨਾਂ ਦੇ ਵਿੱਚ ਉਹਨਾਂ ਨੂੰ ਲੜਾਈ ਦਾ ਕਾਰਨ ਆ, ਵੱਡਾ ਕਾਰਨ ਉਹਨਾਂ ਵਿਚਕਾਰ ਪਈ ਹੋਈ ਧਰਮਾਂ ਦੀ ਲੀਕ ਆ। ਤਾਂ ਇਸ ਕਵਿਤਾ ਦੇ ਵਿੱਚ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਨੇ ਹਿੰਦੁਸਤਾਨ ਪਾਕਿਸਤਾਨ ਦੀ ਲੜਾਈ ਦੀ ਨਿਰਾਰਥਕਤਾ ਨੂੰ ਦੱਸਿਆ, ਅਤੇ ਉਹਨੇ ਇੱਕ ਵਿਅੰਗ ਕੀਤਾ ਕਿ ਇਸ ਸਾਰੀਆਂ ਲੜਾਈਆਂ ਦੇ ਵਿੱਚੋਂ ਉਹ ਇੱਕ ਧਿਰ ਦੀ ਆਪਣੀ ਨਹੀਂ ਗੱਲ ਕਰ ਰਹੀ, ਦੂਸਰੀ ਧਿਰ ਦੀ ਵੀ ਗੱਲ ਕਰ ਰਹੀ ਹੈ ਕਿ ਉਹਨਾਂ ਨੂੰ ਵੀ ਕੁਛ ਹਾਸਲ ਨਹੀਂ ਹੋਣ ਵਾਲਾ, ਸਾਨੂੰ ਵੀ ਕੁਛ ਹਾਸਲ ਨਹੀਂ ਹੋਣ ਵਾਲਾ। ਤਾਂ ਇਸੇ ਤਰ੍ਹਾਂ ਹੀ ਆਪਾਂ ਅਗਲੇ ਸਟੈਪ 'ਚ ਵੀ ਅੰਮ੍ਰਿਤਾ ਪ੍ਰੀਤਮ ਦੀਆਂ ਕੁਛ ਕਵਿਤਾਵਾਂ ਅਤੇ ਫਿਰ ਦੂਸਰੇ ਕਵੀਆਂ ਦੀਆਂ ਕਵਿਤਾਵਾਂ ਡਿਸਕਸ ਕਰਦੇ ਰਹਾਂਗੇ। ਧੰਨਵਾਦ।